ਗੁੱਡ ਮੋਰਨਿੰਗ ਬੇਟਾ। ਪੰਜਾਬੀ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਬੇਟਾ, ਤੁਹਾਡੀ ਪਾਠ ਪੁਸਤਕ ਸਾਹਿਤਮਾਲਾ ਦਾ ਪਾਠ ਘਰ ਦਾ ਪਿਆਰ ਆਪਾਂ ਪੜ੍ਹਿਆ ਪਿਛਲੀ ਕਲਾਸ ਵਿੱਚ। ਇਹ ਪਾਠ ਆਪਾਂ ਇੱਥੋਂ ਤੱਕ ਪੜ੍ਹਿਆ ਸੀ ਕਿ ਕਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੀ ਭੈਣ ਬੀਬੀ ਨਾਨਕੀ ਦਾ ਪਿਆਰ ਮਿਲਿਆ। ਭਾਵ ਮਹਾਂਪੁਰਖਾਂ 'ਤੇ ਵੀ ਘਰ ਦੇ ਪਿਆਰ ਦਾ ਕਿੰਨਾ ਅਸਰ ਹੁੰਦਾ ਹੈ ਅਤੇ ਕਿਵੇਂ ਅਸਰ ਹੁੰਦਾ ਹੈ, ਇੱਥੇ ਤੱਕ ਆਪਾਂ ਪੜ੍ਹਿਆ ਸੀ। ਆਓ ਆਪਾਂ ਇਹ ਪਾਠ ਅੱਗੇ ਪੜ੍ਹਦੇ ਹਾਂ ਕਿ ਮੁਹੰਮਦ ਸਾਹਿਬ ਦੀ ਜ਼ਿੰਦਗੀ ਉੱਤੇ ਉਹਨਾਂ ਦੀ ਬੀਵੀ ਖਦੀਜਾ ਦਾ ਅਸਰ ਘੱਟ ਸੀ, ਜਿਸ ਨੇ ਔਖੇ ਤੋਂ ਔਖੇ ਵੇਲੇ ਉਹਨਾਂ ਦੀ ਮਦਦ ਕੀਤੀ ਅਤੇ ਉਹਨਾਂ ਦੇ ਜੀਵਨ ਆਦਰਸ਼ ਨੂੰ ਸਭ ਤੋਂ ਪਹਿਲਾਂ ਸਮਝ ਕੇ ਉਸ ਵਿੱਚ ਯਕੀਨ ਕੀਤਾ ਅਤੇ ਸਦਾ ਹੌਸਲਾ ਵਧਾਇਆ। ਕਿ ਹਜ਼ਰਤ ਮੁਹੰਮਦ ਸਾਹਿਬ ਜੋ ਸਨ, ਉਹਨਾਂ ਦੀ ਜ਼ਿੰਦਗੀ ਉੱਤੇ ਉਹਨਾਂ ਦੀ ਧਰਮ ਪਤਨੀ ਖਦੀਜਾ ਦਾ ਬਹੁਤ ਅਸਰ ਸੀ। ਅਤੇ ਕਿਉਂਕਿ ਉਹਨਾਂ ਦੀ ਘਰਵਾਲੀ ਨੇ ਮੁਸ਼ਕਿਲ ਸਮੇਂ ਉਹਨਾਂ ਦੀ ਸਹਾਇਤਾ ਕੀਤੀ, ਉਹਨਾਂ ਦੇ ਜੀਵਨ ਵਿੱਚ ਜੋ ਉਦੇਸ਼ ਸੀ, ਜੀਵਨ ਆਦਰਸ਼ ਸੀ, ਉਹਨਾਂ ਦੇ ਜੀਵਨ ਦਾ ਜੋ ਉਦੇਸ਼ ਸੀ, ਉਸ ਨੂੰ ਸਭ ਤੋਂ ਪਹਿਲਾਂ ਸਮਝਿਆ, ਉਸ 'ਤੇ ਵਿਸ਼ਵਾਸ ਕੀਤਾ ਅਤੇ ਉਹਨਾਂ ਨੂੰ ਸਦਾ ਉਤਸ਼ਾਹਿਤ ਕੀਤਾ, ਹੌਸਲਾ ਵਧਾਇਆ, ਉਤਸ਼ਾਹਿਤ ਕੀਤਾ। ਜਦ ਸ਼ਾਹ ਮੁਹੰਮਦ ਨੂੰ ਰੱਬ ਵੱਲੋਂ ਬਾਣੀ ਉਤਰਦੀ ਤਾਂ ਉਹ ਥੱਕ ਕੇ ਇੰਨੇ ਨਿਸਲ ਹੋ ਜਾਂਦੇ ਸਨ, ਨਿਸਲ ਨਿਡਾਲ, ਕਿ ਜਦੋਂ ਸ਼ਾਹ ਮੁਹੰਮਦ ਨੂੰ ਪਰਮਾਤਮਾ ਦਾ ਪੈਗਾਮ ਮਿਲਦਾ ਤਾਂ ਉਹਨਾਂ ਦਾ ਸਰੀਰ ਥੱਕ ਜਾਂਦਾ ਸੀ, ਟੁੱਟ ਜਾਂਦਾ ਸੀ। ਅਤੇ ਉਹਨਾਂ ਦੀ ਘਰਵਾਲੀ ਉਹਨਾਂ ਨੂੰ ਆਰਾਮ ਦੇ ਕੇ ਪਹਿਲਾਂ ਵਾਲੀ ਸਥਿਤੀ 'ਚ ਲਿਆਉਂਦੀ ਅਤੇ ਉਹਨਾਂ ਦਾ ਥਕੇਵਾਂ ਦੂਰ ਕਰਦੀ ਸੀ। ਉਸੇ ਤਰ੍ਹਾਂ ਜਿਹੜਾ ਫੇਮਸ ਸਾਇੰਟਿਸਟ ਕਾਰਲਾਈਲ ਹੋਇਆ, ਕਹਿੰਦੇ ਹਨ ਕਿ ਜੇ ਉਹ ਆਪਣੀ ਪਤਨੀ ਨੂੰ ਪਿਆਰ ਕਰਦਾ ਹੁੰਦਾ ਤਾਂ ਉਹ ਕਦੇ ਵੀ ਖਿਜਣ ਵਾਲਾ ਅਤੇ ਸੜੂ ਸੜੀਅਲ ਨਾ ਹੁੰਦਾ। ਉਹਦਾ ਘਰ ਦੇ ਜੀਆਂ ਨਾਲ, ਆਪਣੀ ਪਤਨੀ ਨਾਲ ਕੋਈ ਪਿਆਰ ਨਹੀਂ ਸੀ। ਉਹ ਆਪਣੇ ਕਮਰੇ ਵਿੱਚ ਪੜ੍ਹਦਾ ਜਾਂ ਲਿਖਦਾ ਰਹਿੰਦਾ ਅਤੇ ਉਸਦੀ ਵਹੁਟੀ ਘਰਵਾਲੀ ਵੱਖ ਅੱਡ ਬਰਾਂਡੇ ਵਿੱਚ ਬੈਠੀ ਆਏ ਗਏ ਨੂੰ ਤਰਾਂਦੀ, ਡਰਾਉਂਦੀ ਰਹਿੰਦੀ ਵੀ ਤੁਸੀਂ ਅੰਦਰ ਨਹੀਂ ਜਾਣਾ। ਜਦ ਕਦੀ ਉਹ ਹੀਆਂ ਕਰਕੇ ਹੌਸਲਾ ਕਰਕੇ, ਹਿੰਮਤ ਕਰਕੇ ਉਸਦੇ ਕਮਰੇ ਦਾ ਬੂਹਾ ਖੋਲ੍ਹ ਕੇ ਅੰਦਰ ਝਾਕਦੀ ਤਾਂ ਉਹ ਖਿਝ ਕੇ ਖਾਣ ਨੂੰ ਪੈਂਦਾ ਤਾਂ ਉਹਨੂੰ ਖਿਝ ਜਾਂਦਾ ਸੀ, ਡਾਂਟ ਦਿੰਦਾ ਸੀ ਅਤੇ ਉਸਨੂੰ ਤਰਾ ਕੇ ਬਾਹਰ ਕੱਢ ਦਿੰਦਾ, ਉਹਨੂੰ ਡਰਾ ਕੇ ਬਾਹਰ ਕੱਢ ਦਿੰਦਾ ਸੀ। ਉਸਦਾ ਸਾਰੇ ਸੰਸਾਰ ਨੂੰ ਚੁੱਪਦੇ ਮਜ਼ਮੂਨ ਵਿਸ਼ਾ ਉੱਤੇ ਅਮੁੱਕ ਸਿੱਖਿਆ ਦੇਣ ਦਾ ਵਿਸ਼ੇਸ਼ ਸਿੱਖਿਆ ਦੇਣ ਦਾ ਕੀ ਲਾਭ, ਜਦ ਉਸਦੀ ਆਪਣੀ ਕਲਮ ਚੁੱਪ ਨਹੀਂ ਕਰਦੀ। ਤਾਂ ਦੁਨੀਆ ਨੂੰ ਚੁੱਪ ਦੇ ਵਿਸ਼ੇ ਉੱਤੇ ਸੰਦੇਸ਼ ਦੇਣ ਦਾ ਕੋਈ ਫਾਇਦਾ ਨਹੀਂ, ਜਦੋਂ ਉਹਦੀ ਆਪਣੀ ਕਲਮ ਹਮੇਸ਼ਾ ਚੱਲਦੀ ਰਹਿੰਦੀ ਸੀ, ਰੁਕਦੀ ਨਹੀਂ ਸੀ। ਅਤੇ ਅਹਿਮਕ ਨਾਈ ਮੂਰਖ ਨਾਈ ਦੀ ਕੈਂਚੀ ਵਾਕਰ ਵਾਂਗ ਲੁਤਰ ਕਰਦੀ ਰਹਿੰਦੀ ਸੀ। ਜਿਵੇਂ ਮੂਰਖ ਨਾਈ ਦੀ ਕੈਂਚੀ ਬਿਨਾਂ ਸੋਚੇ ਸਮਝੇ ਚੱਲਦੀ ਰਹਿੰਦੀ ਹੈ, ਉਸੇ ਤਰ੍ਹਾਂ ਉਸਦੀ ਜਿਹੜੀ ਕਲਮ ਸੀ ਚੁੱਪ ਦੇ ਵਿਸ਼ੇ 'ਤੇ ਲਿਖਦੀ ਰਹਿੰਦੀ ਸੀ। ਉਹ ਮਹੱਤਵ ਦੱਸਦਾ ਰਹਿੰਦਾ ਸੀ ਲੋਕਾਂ ਨੂੰ। ਉਸਦੇ ਲੰਬੇ ਲੇਖ ਲਿਖ ਕੇ ਲੋਕਾਂ ਨੂੰ ਚਾਬਕ ਵਰਗੀ ਤਾੜਨਾ ਕਰਨ ਦਾ ਕੀ ਲਾਭ। ਤਾਂ ਵੱਡੇ ਲੇਖ ਲਿਖ ਕੇ ਲੋਕਾਂ ਨੂੰ ਸਖਤ ਹਿਦਾਇਤਾਂ ਦੇਣ ਦਾ ਕੀ ਫਾਇਦਾ, ਤਾੜਨਾ ਡਾਂਟਣ ਦਾ ਕੀ ਫਾਇਦਾ, ਜੇ ਉਹ ਆਪ ਇੱਕ ਘਰ ਦੀ ਸੁਆਣੀ ਨੂੰ ਵੀ ਆਰਾਮ ਨਾ ਦੇ ਸਕੇ, ਜੇ ਉਹ ਆਪਣੀ
ਪਤਨੀ ਨੂੰ ਜੀਵਨ ਵਿੱਚ ਕੋਈ ਆਰਾਮ ਨਹੀਂ ਦੇ ਸਕਿਆ ਤਾਂ ਲੋਕਾਂ ਨੂੰ ਸੰਦੇਸ਼ ਦੇਣ ਦਾ ਉਹਦਾ ਕੀ ਫਾਇਦਾ ਹੋਇਆ। ਅੱਜ ਕੱਲ੍ਹ ਬਹੁਤ ਸਾਰੀ ਦੁਰਾਚਾਰੀ ਦਾ ਕਾਰਨ ਘਰੋਗੀ ਵਸੋਂ ਦਾ ਘਾਟਾ ਅਤੇ ਬਾਜ਼ਾਰੀ ਰਹਿਣੀ ਬਹਿਣੀ ਦਾ ਵਾਧਾ ਹੈ। ਦੁਰਾਚਾਰੀ ਮਾੜਾ ਵਿਹਾਰ, ਦੁਰਾਚਾਰ ਬੁਰਾ ਵਿਵਹਾਰ, ਘਰੋਗੀ ਘਰੇਲੂ। ਜਿਹੜਾ ਅੱਜ ਕੱਲ੍ਹ ਲੋਕਾਂ ਦਾ ਵਿਵਹਾਰ ਅੱਛਾ ਨਹੀਂ ਹੈ, ਉਸ ਦਾ ਕਾਰਨ ਕੀ ਹੈ? ਘਰੇਲੂ ਜੀਵਨ ਦਾ ਘਾਟਾ ਮਤਲਬ ਘੱਟ ਹੋ ਜਾਣਾ ਅਤੇ ਬਾਜ਼ਾਰੀ ਰਹਿਣੀ ਬਹਿਣੀ ਦਾ ਵੱਧ ਜਾਣਾ, ਮਤਲਬ ਬਾਹਰ ਸਮਾਂ ਬਤੀਤ ਕਰਨ ਦਾ ਰਿਵਾਜ ਹੈ ਉਹ ਵੱਧ ਗਿਆ। ਲੋਕ ਘਰ ਦੇ ਸਦਾਚਾਰੀ ਅਸਰ ਨੂੰ ਨਾ ਜਾਣਦੇ ਹੋਏ ਬਾਲ ਬੱਚੇ ਅਤੇ ਤੀਵੀਂ ਨਾਲ ਜੀਵਨ ਬਿਤਾਉਣ ਦੀ ਥਾਂ ਕਲੱਬਾਂ ਅਤੇ ਹੋਟਲਾਂ ਦੀ ਰਹਿਣੀ ਨੂੰ ਵਧੇਰੇ ਪਸੰਦ ਕਰਦੇ ਹਨ। ਪਤਾ ਲੋਕ ਨਾ ਘਰ ਦੇ ਚੰਗੇ ਪ੍ਰਭਾਵ ਨੂੰ ਨਹੀਂ ਜਾਣਦੇ ਅਤੇ ਉਹ ਇਹ ਨਹੀਂ ਸੋਚਦੇ ਕਿ ਅਸੀਂ ਆਪਣਾ ਸਮਾਂ ਬਾਲ ਬੱਚੇ ਆਪਣੇ ਬੱਚਿਆਂ ਨਾਲ, ਤੀਵੀਂ ਪਤਨੀ ਨਾਲ ਬਿਤਾਈਏ। ਉਹ ਕੀ ਸੋਚਦੇ ਹੈ ਕਿ ਹੋਟਲਾਂ ਅਤੇ ਕਲੱਬਾਂ ਵਿੱਚ ਜ਼ਿਆਦਾ ਸਕੂਨ ਹੈ, ਉੱਥੇ ਰਹਿਣਾ ਜ਼ਿਆਦਾ ਪਸੰਦ ਕਰਦੇ ਹੈ। ਇਸ ਦਾ ਸਿੱਟਾ ਇਹ ਨਿਕਲ ਰਿਹਾ ਹੈ, ਨਤੀਜਾ ਇਹ ਨਿਕਲ ਰਿਹਾ ਕਿ ਲੋਕਾਂ ਵਿੱਚੋਂ ਘਰੋਗੀ ਜ਼ਿੰਮੇਵਾਰੀ, ਘਰੇਲੂ ਜਿਹੜੀ ਜ਼ਿੰਮੇਵਾਰੀ ਹੈ ਉਹ ਘਟਦੀ ਜਾ ਰਹੀ ਹੈ। ਉਹ ਬਰਾਦਰੀ ਵਾਲੀ ਸ਼ਰਾਫਤ ਅਤੇ ਉਹ ਮਿੱਠ ਅਤੇ ਨਿਮਰਤਾ ਵਾਲੇ ਗੁਣ ਘਟ ਰਹੇ ਹਨ ਜੋ ਕੇਵਲ ਘਰੋਗੀ ਆਚਰਣ ਤੋਂ ਹੀ ਉਪਜਦੇ ਹਨ। ਭਾਵ ਲੋਕਾਂ 'ਚ ਜਿਹੜੀ ਉਹ ਘਰੇਲੂ ਜ਼ਿੰਮੇਵਾਰੀ ਦੀ ਭਾਵਨਾ, ਬਰਾਦਰੀ ਨਾਲ ਮਿਲਣ ਜੁਲਣ ਦੀ ਭਾਵਨਾ, ਮਿੱਠਾ ਬੋਲਣਾ, ਨਿਉ ਕੇ ਰਹਿਣਾ, ਨਿਮਰਤਾ ਵਾਲੇ ਗੁਣ, ਇਹ ਸਭ ਘਟਦੇ ਜਾ ਰਹੇ ਹਨ। ਕਿਉਂ ਘਟਦੇ ਜਾ ਰਹੇ ਹਨ? ਕਿਉਂਕਿ ਇਹ ਜਿਹੜੇ ਸਾਰੇ ਗੁਣਾਂ ਦਾ ਵਿਕਾਸ ਸਿਰਫ ਘਰ ਵਿੱਚ, ਘਰੋਗੀ ਆਚਰਣ ਘਰ ਤੋਂ ਹੀ ਉਪਜਦਾ ਹੈ। ਜਿਹੜੇ ਘਰੇ ਆਪਣਾ ਸਮਾਂ ਬਤੀਤ ਕਰਦੇ ਆ ਨਾ, ਉਹਨਾਂ ਵਿੱਚ ਇਹ ਸਾਰੇ ਜਿਹੜੇ ਗੁਣ ਆਉਂਦੇ ਹੈ। ਇਸਤਰੀ ਅਤੇ ਬੱਚਿਆਂ ਵਿੱਚ ਕੇਵਲ ਇਤਨੀ ਦਿਲਚਸਪੀ ਦੱਸੀ ਜਾਂਦੀ ਹੈ ਜਿਤਨੀ ਉਹ ਘਰ ਤੋਂ ਬਾਹਰ ਲੋਕਾਂ ਦੇ ਸਾਹਮਣੇ ਸ਼ੂਕੇ ਬਾਂਕੇ ਬਣ ਕੇ ਵਿਖਾਉਣ ਜੋਗਾ ਬਣਾ ਦੇਵੇ। ਉਹ ਪਤਾ ਕੀ ਕਰਦੇ ਹੈ? ਬਾਹਰ ਲੋਕਾਂ ਨੂੰ ਚੰਗਾ ਦਿਖਾਉਣਾ ਚਾਹੁੰਦੇ ਹੈ ਕਿ ਸਾਡਾ ਜਿਹੜਾ ਘਰੇਲੂ ਜੀਵਨ ਹੈ ਬਹੁਤ ਵਧੀਆ ਹੈ। ਬਸ ਇੰਨੀ ਕੁ ਇੰਟਰਸਟ ਹੈ ਉਹਨਾਂ ਨੂੰ ਘਰ ਦੇ ਅਤੇ ਬੱਚਿਆਂ 'ਚ, ਮਤਲਬ ਲੋਕਾਂ ਨੂੰ ਦਿਖਾ ਸਕਣ ਕਿ ਉਹ ਇੱਕ ਅੱਛਾ ਜੀਵਨ ਬਤੀਤ ਕਰ ਰਹੇ ਹਨ। ਇਹ ਬਹੁਤ ਘੱਟ ਦੇਖਿਆ ਜਾਂਦਾ ਹੈ ਕਿ ਘਰ ਦਾ ਮਾਲਕ ਆਪਣੇ ਘਰ ਦੇ ਬੰਦਿਆਂ ਲਈ ਕੋਈ ਦਿਮਾਗੀ, ਸਦਾਚਾਰਕ ਜਾਂ ਆਤਮਕ ਉੱਨਤੀ ਵਾਲੇ ਸਾਧਨ ਇਕੱਠਾ ਕਰਦਾ ਹੋਵੇ ਜਾਂ ਖੇਡਾਂ, ਪੁਸਤਕਾਂ, ਸਵਾਦੀ ਤਮਾਸ਼ੇ ਜਾਂ ਧਾਰਮਿਕ ਸਿੱਖਿਆ ਦੇਣ ਦਾ ਸਮਾਨ ਵਧਾਉਣ ਦਾ ਯਤਨ ਕਰਦਾ ਹੋਵੇ। ਤਾਂ ਲੇਖਕ ਕੀ ਦੱਸਣਾ ਚਾਹੁੰਦਾ ਕਿ ਜਿਹੜਾ ਘਰ ਦਾ ਹੈਡ ਹੈ ਨਾ, ਮਾਲਕ ਹੈ, ਉਹ ਇਹ ਕੋਸ਼ਿਸ਼ ਹੀ ਨਹੀਂ ਕਰਦਾ ਕਿ ਘਰ ਦੇ ਜਿਹੜੇ ਲੋਕ ਹੈ ਉਹਨਾਂ ਲਈ ਕੋਈ, ਘਰ ਦੇ ਜੀਆਂ ਲਈ ਕੋਈ ਦਿਮਾਗੀ ਜਾਂ ਸਦਾਚਾਰਕ ਮਤਲਬ ਜਿਹਦੇ ਨਾਲ ਧਾਰਮਿਕ ਗੁਣ ਵੱਧਦੇ ਹਨ, ਚੰਗਾ ਆਚਰਣ ਪੈਦਾ ਹੁੰਦਾ ਹੈ, ਆਤਮਕ ਉੱਨਤੀ ਹੁੰਦੀ ਹੈ, ਇਸ ਤਰ੍ਹਾਂ ਦੇ ਕੋਈ ਸਾਧਨ ਇਕੱਠੇ ਕੀਤੇ ਜਾਣ ਜਾਂ ਬੱਚਿਆਂ ਨਾਲ ਇਹੋ ਜਿਹੀਆਂ ਖੇਡਾਂ ਖੇਡੀਆਂ ਜਾਣ, ਉਹਨਾਂ ਨੂੰ ਇਹੋ ਜਿਹੀਆਂ ਪੁਸਤਕਾਂ ਪੜ੍ਹਾਈਆਂ ਜਾਣ ਜਾਂ ਇਸ ਤਰ੍ਹਾਂ ਦੇ ਕੋਈ ਵਧੀਆ ਤਮਾਸ਼ੇ ਦਿਖਾਏ ਜਾਣ ਜਾਂ ਧਾਰਮਿਕ ਸਿੱਖਿਆ ਦੇਣ ਦੀ ਕੋਈ ਕੋਸ਼ਿਸ਼ ਕੀਤੀ ਜਾਏ। ਇਸ ਤਰ੍ਹਾਂ ਦਾ ਘਰੇ ਸਮਾਨ ਲਿਆਂਦਾ ਜਾਏ ਕਿ ਬੱਚਿਆਂ ਨੂੰ ਇੱਕ ਆਦਰਸ਼ ਜੀਵਨ ਦਿੱਤਾ ਜਾ ਸਕੇ। ਮੁੰਡਿਆਂ ਅਤੇ ਵਿਦਿਆਰਥੀਆਂ ਬਾਬਤ ਵੀ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਉਹ ਸਮਾਜਕ ਵਰਤੋਂ ਵਿੱਚ ਕੋਰੇ ਜਿਹੇ, ਗੈਰ ਜ਼ਿੰਮੇਵਾਰ ਅਤੇ ਕੋਈ ਸਦਾਚਾਰਕ ਦੀਆਂ ਹੱਦਾਂ ਟੱਪ ਜਾਣ ਵਾਲੇ ਹੋ ਜਾਂਦੇ ਹਨ। ਅੱਜ ਕੱਲ੍ਹ ਵਿਦਿਆਰਥੀਆਂ ਬਾਬਤ ਮਤਲਬ ਅਤੇ ਮੁੰਡਿਆਂ ਦੇ ਬਾਰੇ ਸ਼ਿਕਾਇਤ ਕੀਤੀ ਜਾਂਦੀ ਹੈ ਕਿ
ਉਹਨਾਂ ਦਾ ਸਮਾਜਿਕ ਜਿਹੜਾ ਵਿਵਹਾਰ ਹੈ ਨਾ, ਵਰਤੋਂ ਵਿੱਚ ਕੋਰੇ ਜਿਹੇ ਮਤਲਬ ਬਿਲਕੁਲ ਉਹਨਾਂ ਨੂੰ ਕੋਈ ਮਤਲਬ ਨਹੀਂ, ਪਲੇਨ, ਕੋਈ ਸੰਬੰਧ ਨਹੀਂ ਸਮਾਜਿਕ ਵਿਵਹਾਰ ਨਾਲ। ਗੈਰ ਜ਼ਿੰਮੇਵਾਰ ਹੈ, ਕੋਈ ਜ਼ਿੰਮੇਵਾਰੀ ਨਹੀਂ ਸਮਝਦੇ। ਅਤੇ ਇੱਥੋਂ ਤੱਕ ਕਿ ਜਿਹੜੀਆਂ ਸਦਾਚਾਰਕ ਕਦਰਾਂ ਕੀਮਤਾਂ ਹੈ, ਕਦੇ ਤਾਂ ਉਹਨਾਂ ਦੀ ਪਰਵਾਹ ਵੀ ਨਹੀਂ ਕਰਦੇ ਉਹ, ਕਿਉਂਕਿ ਉਹਨਾਂ ਨੂੰ ਲਿਮਿਟੇਸ਼ਨ ਸਿਖਾਈ ਨਹੀਂ ਜਾਂਦੀ, ਲਿਮਿਟ 'ਚ ਉਹ ਰਹਿਣਾ ਹੀ ਨਹੀਂ ਚਾਹੁੰਦੇ। ਇਸ ਦਾ ਕਾਰਨ ਵੀ ਘਰਾਂ ਨੂੰ ਛੱਡ ਕੇ ਬੋਰਡਿੰਗ ਦੀ ਰਹਿਣੀ ਬਹਿਣੀ ਹੈ। ਇਸ ਦਾ ਰੀਜ਼ਨ ਕੀ ਹੈ ਕਿ ਮਾਂ ਬਾਪ ਵੀ ਆਪਣੀ ਜ਼ਿੰਮੇਵਾਰੀ ਤੋਂ ਮੁਕਤੀ ਚਾਹੁੰਦੇ ਹੋਣ ਅਤੇ ਬੱਚਿਆਂ ਨੂੰ ਬੋਰਡਿੰਗ ਮਤਲਬ ਹੋਸਟਲ ਛੱਡ ਦਿੰਦੇ ਆ। ਜਿਹੜਾ ਮੁੰਡਾ ਬਚਪਨ ਤੋਂ ਲੈ ਕੇ ਉਮਰ ਦਾ ਚੋਖਾ ਹਿੱਸਾ ਬਹੁਤ ਸਾਰਾ ਮਾਂ, ਭੈਣ, ਭਰਾ ਅਤੇ ਗੁਆਂਢੀਆਂ ਤੋਂ ਵੱਖਰਾ ਰਹਿ ਕੇ ਬੋਰਡਿੰਗ ਵਿੱਚ ਕੱਟਦਾ ਹੈ, ਉਸ ਵਿੱਚ ਘਰੋਗੀ ਗੁਣ, ਲੱਜਾ, ਹਮਦਰਦੀ, ਬਰਾਦਰੀ ਦਾ ਸਨਮਾਨ ਆਦਿ ਨਹੀਂ ਪੈਦਾ ਹੁੰਦੇ। ਜਿਹੜਾ ਬੱਚਾ ਰਿਹਾ ਹੀ ਹੋਸਟਲ ਵਿੱਚ ਹੈ, ਕਦੇ ਉਹਨੂੰ ਆਪਣੀ ਮਦਰ ਨਾਲ, ਸਿਸਟਰ ਨਾਲ ਜਾਂ ਬ੍ਰਦਰ ਨਾਲ ਜਾਂ ਅੜੋਸੀਆਂ ਪੜੋਸੀਆਂ ਨਾਲ ਕਦੇ ਕੋਈ ਲਗਾਵ ਹੀ ਨਹੀਂ ਰਿਹਾ, ਕਦੇ ਉਹਨਾਂ ਨਾਲ ਵਿਚਾਰ ਸਾਂਝੇ ਨਹੀਂ ਕੀਤੇ, ਕਦੇ ਮਿਲ ਬੈਠਿਆ ਹੀ ਨਹੀਂ, ਤਾਂ ਉਹਦੇ ਵਿੱਚ ਜਿਹੜੀ ਲੱਜਾ ਹੈ, ਸ਼ਰਮ, ਸਿੰਪੈਥੀ ਜਾਂ ਮੇਲ ਜੋਲ ਦੀ ਭਾਵਨਾ, ਬਰਾਦਰੀ ਦਾ ਸਨਮਾਨ ਕਿਵੇਂ ਕਰਨਾ ਹੈ, ਇਹ ਗੁਣ ਪੈਦਾ ਹੋ ਵੀ ਕਿਵੇਂ ਸਕਦੇ ਹੈ। ਉਹਨਾਂ 'ਚ ਕੋਈ ਇਸ ਤਰ੍ਹਾਂ ਦੇ ਭਾਵ ਪੈਦਾ ਹੁੰਦੇ ਹੀ ਨਹੀਂ, ਕਿਉਂਕਿ ਉਹਨਾਂ ਨੂੰ ਮਾਹੌਲ ਹੀ ਨਹੀਂ ਮਿਲਿਆ। ਜਦੋਂ ਘਰ ਦਾ ਘਰ 'ਚ ਰਹੇ ਹੀ ਨਹੀਂ। ਚਾਚੀ ਮਰ ਜਾਏ ਤਾਂ ਮੁੰਡੇ ਨੂੰ ਆਪਣੇ ਚਾਚੇ ਪਾਸ ਜਾ ਕੇ ਪਰਚਾਉਣੀ ਕਰਨ ਦੀ ਜਾਚ ਨਹੀਂ ਆਉਂਦੀ। ਪਰਚਾਉਣੀ ਕਰਨੀ, ਹੌਸਲਾ ਦੇਣਾ, ਦੁੱਖ ਵੰਡਾਉਣਾ। ਜੇ ਇੱਥੋਂ ਤੱਕ ਕਿ ਜੇ ਘਰ ਚਾਚੀ ਦੀ ਡੈਥ ਹੋ ਜਾਏ ਤਾਂ ਮੁੰਡੇ ਨੂੰ ਮਤਲਬ ਘਰ ਦੇ ਬੱਚੇ ਨੂੰ ਜਾ ਕੇ ਚਾਚੇ ਕੋਲ ਦੁੱਖ ਸਾਂਝਾ ਕਰਨਾ, ਹੌਸਲਾ ਦੇਣਾ ਨਹੀਂ ਆਉਂਦਾ। ਨਾਲ ਮਾਂ ਜਾਂਦੀ ਹੈ, ਮਾਂ ਨੂੰ ਨਾਲ ਜਾ ਕੇ ਕਹਿਣਾ ਪੈਂਦਾ ਹੈ, ਕਾਕਾ ਚਾਚੀ ਲਈ ਅਫਸੋਸ ਕਰਨ ਆਇਆ, ਭਾਵ ਕਿ ਇਹ ਮੁੰਡਾ ਚਾਚੀ ਲਈ ਦੁੱਖ ਪ੍ਰਗਟ ਕਰਨ ਆਇਆ ਹੈ। ਉਹਦੇ 'ਚ ਇਹ ਭਾਵ ਪ੍ਰਗਟ ਕਰਨ ਦੀ, ਦੁੱਖ ਪ੍ਰਗਟ ਕਰਨ ਦਾ ਹੌਸਲਾ ਹੀ ਨਹੀਂ ਹੁੰਦਾ, ਉਹਨੂੰ ਆਉਂਦਾ ਹੀ ਨਹੀਂ, ਢੰਗ ਹੀ ਨਹੀਂ ਆਉਂਦਾ ਹੁੰਦਾ ਕਿ ਕਿਵੇਂ ਜਾ ਕੇ ਉਹ ਚਾਚੇ ਨਾਲ ਗੱਲ ਕਰੇ ਵੀ ਕਿਵੇਂ। ਉਹ ਘਰ ਦੇ ਮਾਹੌਲ ਵਿੱਚ ਕਦੇ ਰਿਹਾ ਹੀ ਨਹੀਂ, ਢਲਿਆ ਹੀ ਨਹੀਂ। ਅਸਲੀ ਧਾਰਮਿਕ ਜੀਵਨ ਦੀ ਨੀਂਹ ਘਰ ਦੀ ਰਹਿਣੀ ਬਹਿਣੀ ਵਿੱਚ ਰੱਖੀ ਜਾ ਸਕਦੀ ਹੈ। ਜੇ ਦੇਖਿਆ ਜਾਏ ਨਾ, ਤਾਂ ਜਿਹੜਾ ਧਾਰਮਿਕ ਜੀਵਨ ਹੈ ਉਹਦਾ ਆਧਾਰ ਬੇਸ ਘਰ ਦੀ ਰਹਿਣੀ ਬਹਿਣੀ ਹੈ, ਰਹਿਣ ਸਹਿਣ ਹੈ, ਇਹਦੇ ਵਿੱਚੋਂ ਹੀ ਰੱਖੀ ਜਾ ਸਕਦੀ ਹੈ। ਪਰ ਲੋਕਾਂ ਦੀ ਰੁਚੀ ਘਰ ਵੱਲ ਘੱਟ ਹੋਣ ਕਰਕੇ ਧਾਰਮਿਕ ਰਹਿਣੀ ਵੀ ਇੱਕ ਲੋਕਚਾਰਾ ਬਣ ਗਈ ਹੈ। ਜਦੋਂ ਘਰਾਂ 'ਚ ਹੀ ਇੰਟਰਸਟ ਨਹੀਂ ਹੈ ਤਾਂ ਧਰਮ ਵਿੱਚ ਇੰਟਰਸਟ ਕਿੱਥੋਂ ਹੋਣਾ? ਧਾਰਮਿਕ ਰਹਿਣੀ ਵਿੱਚ ਕਿਵੇਂ ਉਹ ਵਿਸ਼ਵਾਸ ਕਰ ਸਕਦੇ ਹੈ? ਉਹਦੇ 'ਚ ਕਿਵੇਂ ਇੰਟਰਸਟ ਆਊਗਾ? ਜਿਹੜੇ ਬੱਚੇ ਨੂੰ ਘਰ ਨਾਲ ਪਿਆਰ ਨਹੀਂ, ਜਿਹੜਾ ਘਰ ਵਿੱਚ ਲੋਕਾਂ ਦੀ ਰੁਚੀ ਘੱਟ ਹੋਣ ਕਰਕੇ ਜਿਹੜਾ ਧਾਰਮਿਕ ਜੀਵਨ ਹੈ ਉਹ ਵੀ ਇੱਕ ਲੋਕ ਦਿਖਾਵਾ ਬਣ ਗਿਆ, ਲੋਕਚਾਰਾ, ਲੋਕ ਦਿਖਾਵਾ ਬਣ ਗਿਆ ਹੈ। ਧਰਮ ਘਰਾਂ ਵਿੱਚੋਂ ਨਿਕਲ ਕੇ ਬਾਜ਼ਾਰਾਂ ਵਿੱਚ ਆ ਗਿਆ ਹੈ। ਇਸ ਦਾ ਭਾਵ ਪਤਾ ਕੀ ਹੈ ਕਿ ਜਿਹੜੇ ਧਾਰਮਿਕ ਕੰਮ ਹੈ ਲੋਕ ਘਰਾਂ ਵਿੱਚ ਕਰਕੇ ਰਾਜੀ ਨਹੀਂ। ਉਹ ਧਾਰਮਿਕ ਜਿਹੜੇ ਪ੍ਰੋਗਰਾਮ ਹੈ ਉਹ ਵੀ ਬਾਹਰ ਕਰਕੇ ਰਾਜੀ ਹਨ, ਘਰ ਵਿੱਚ ਨਹੀਂ ਕਰਨਾ ਚਾਹੁੰਦੇ। ਲੋਕ ਧਰਮ ਦੀ ਕਮਾਈ ਬਸ ਇਸੇ ਨੂੰ ਸਮਝੀ ਬੈਠੇ ਹਨ ਕਿ ਦਿਨ ਦਿਹਾੜ ਨੂੰ ਕਿਸੇ ਦੀਵਾਨ ਵਿੱਚ ਹਾਜ਼ਰ ਹੋ ਕੇ ਪਾਠ, ਲੈਕਚਰ ਜਾਂ ਅਰਦਾਸ ਨੂੰ ਸੁਣ ਛੱਡਣਾ। ਉਹ ਪਤਾ ਕੀ ਸਮਝਦੇ ਹੈ ਕਿ ਧਰਮ ਕਮਾਉਣਾ ਕੀ ਹੈ? ਕਿਸੇ ਤਿਉਹਾਰ ਵਾਲੇ ਦਿਨ, ਵਾਰ ਤਿਉਹਾਰ ਵਾਲੇ ਦਿਨ ਦੀਵਾਨ 'ਚ ਜਾਂਦੇ ਰਹੋ, ਲੈਕਚਰ ਸੁਣ ਲਓ, ਅਰਦਾਸ ਸੁਣਿਆ ਉਹ ਜਾ ਕੇ, ਬਸ ਇਹ ਧਾਰਮਿਕ ਜੀਵਨ ਹੈ। ਘਰ ਵਿੱਚ ਇਸਤਰੀ ਬੱਚਿਆਂ ਨਾਲ ਰਲ ਕੇ ਪਾਠ ਕਰਨਾ ਜਾਂ ਅਰਦਾਸ ਕਰਨੀ ਬਹੁਤ ਘੱਟ ਦੇਖੀ ਜਾਂਦੀ ਹੈ। ਲੋਕ ਘਰ ਵਿੱਚ ਆਪਣੇ ਬੱਚਿਆਂ ਨਾਲ, ਘਰ ਵਾਲੇ ਨਾਲ, ਮਤਲਬ ਫੈਮਿਲੀ ਮੈਂਬਰ ਮਿਲ ਕੇ ਅਰਦਾਸ ਨਹੀਂ ਕਰਦੇ, ਪਰਮਾਤਮਾ ਨੂੰ ਯਾਦ ਨਹੀਂ ਕਰਦੇ। ਪਰ ਅਸਲ ਵਿੱਚ ਧਾਰਮਿਕ ਰੁਚੀ ਕੇਵਲ ਉਸੇ ਆਦਮੀ ਅੰਦਰ ਪੈਦਾ ਹੋ ਸਕਦੀ ਹੈ ਜੋ ਘਰ ਵਾਲਿਆਂ ਨਾਲ ਰਲ ਕੇ ਕੋਈ ਧਾਰਮਿਕ ਸੰਸਕਾਰ ਕਰਦਾ ਹੋਵੇ। ਇਹ ਭਾਵ, ਧਾਰਮਿਕ ਵਿਚਾਰ ਵਾਲੇ ਭਾਵ ਤਾਂ ਹੀ ਆ ਸਕਦੇ ਆ ਨਾ ਜੇ ਉਹ
ਘਰੇ ਕੋਈ ਘਰ ਦੇ ਲੋਕਾਂ ਨਾਲ ਮਿਲ ਕੇ ਕੋਈ ਧਾਰਮਿਕ ਸੰਸਕਾਰ ਮਤਲਬ ਕੋਈ ਇਸ ਤਰ੍ਹਾਂ ਦੇ ਰੀਤੀ ਰਿਵਾਜ, ਧਾਰਮਿਕ ਰੀਤੀ ਰਿਵਾਜ ਕਰਦਾ ਹੋਏ, ਰੱਬ ਨੂੰ ਯਾਦ ਕਰਦਾ ਹੋਏ, ਜੇ ਇਸ ਤਰ੍ਹਾਂ ਦੇ ਉਹਨੇ ਕਦੇ ਘਰ 'ਚ ਮਾਹੌਲ ਹੀ ਨਹੀਂ ਦੇਖਿਆ ਤਾਂ ਧਾਰਮਿਕ ਭਾਵਨਾਵਾਂ ਉਹਦੇ 'ਚ ਆ ਵੀ ਕਿਵੇਂ ਸਕਦੀਆਂ ਹੈ। ਜਿਹੜੇ ਲੋਕੀ ਘਰੋਗੀ ਜੀਵਨ ਛੱਡ ਕੇ ਸਾਧ ਸੰਤ ਬਣ ਕੇ ਧਰਮ ਕਮਾਉਣਾ ਚਾਹੁੰਦੇ ਹਨ, ਉਹਨਾਂ ਲਈ ਉਤਨਾ ਔਖਾ ਹੈ ਜਿਤਨਾ ਕਿਸਾਨ ਲਈ ਜ਼ਮੀਨ ਨੂੰ ਛੱਡ ਕੇ ਹਵਾ ਵਿੱਚ ਬੀਜਣਾ ਚਾਹੇ। ਅਤੇ ਜਿਹੜੇ ਲੋਕ ਸਮਝਦੇ ਆ ਨਾ ਵੀ ਘਰੇਲੂ ਜੀਵਨ ਦਾ ਤਿਆਗ ਕਰਕੇ, ਜੀਵਨ ਛੱਡ ਕੇ ਤਿਆਗ ਕਰਕੇ ਸਾਧੂ ਸੰਤ ਬਣ ਜਾਈਏ, ਧਰਮ ਦੀ ਕਮਾਈ ਕਰ ਲਈਏ, ਇਹ ਬਹੁਤ ਔਖਾ ਹੈ। ਕਿੰਨਾ ਔਖਾ ਹੈ? ਇੰਨਾ ਔਖਾ ਹੈ ਜਿਵੇਂ ਕਿਸਾਨ ਜੇ ਚਾਹੇ ਵੀ ਉਹ ਬੀਜ ਨੂੰ ਜ਼ਮੀਨ ਵਿੱਚ ਬੀਜਣ ਦੀ ਥਾਂ ਹਵਾ ਵਿੱਚ ਬੀਜਣਾ ਚਾਹੇ ਅਤੇ ਫਸਲ ਕੱਟਣੀ ਚਾਹੇ, ਓਨਾ ਹੀ ਔਖਾ ਹੈ ਘਰ ਨੂੰ ਛੱਡ ਕੇ ਧਰਮ ਕਮਾਉਣਾ, ਘਰੇਲੂ ਜੀਵਨ ਨੂੰ ਛੱਡ ਕੇ ਧਾਰਮਿਕ ਕੰਮ ਕਰਨੇ। ਵੱਡੇ ਵੱਡੇ ਮਹਾਂਪੁਰਖ ਅਖਵਾਉਣ ਵਾਲੇ ਵੀ ਜੇ ਗ੍ਰਸਤ ਘਰੇਲੂ ਜੀਵਨ ਤੋਂ ਕੰਨੀ ਕਤਰਾਉਂਦੇ ਸਨ, ਧਾਰਮਿਕ ਜਾਂ ਇਖਲਾਕੀ ਇਖਲਾਕ ਸਦਾਚਾਰ ਔਂਕੜ ਮੁਸੀਬਤ ਪੈਣ 'ਤੇ ਝੱਟ ਡਿੱਗ ਜਾਂਦੇ ਸਨ। ਜਿਹੜੇ ਘਰੇਲੂ ਜੀਵਨ ਤੋਂ ਕੰਨੀ ਕਤਰਾਉਂਦੇ ਹੈ, ਘਰ 'ਚ ਵਿਆਹੁਤਾ ਜੀਵਨ ਤੋਂ ਦੂਰ ਰਹਿਣਾ ਚਾਹੁੰਦੇ ਹੈ, ਤਾਂ ਉਹ ਮੁਸੀਬਤ ਆਉਣ 'ਤੇ ਜਦੋਂ ਉਹਨਾਂ 'ਤੇ ਮੁਸੀਬਤ ਆਉਂਦੀ ਹੈ ਸਦਾਚਾਰਕ, ਤਾਂ ਉਹਨਾਂ ਦਾ ਹੌਸਲਾ ਨਾਲ ਦੀ ਨਾਲ ਡਿੱਗ ਪੈਂਦਾ ਹੈ, ਕਿਉਂਕਿ ਉਹਨਾਂ ਨੂੰ ਹੌਸਲੇ ਵਾਲਾ ਮਾਹੌਲ ਨਹੀਂ ਮਿਲਿਆ ਹੁੰਦਾ। ਕਈ ਤਾਂ ਇਸ ਡਰ ਤੋਂ ਕਿ ਕਿਧਰੇ ਮਾਇਆ ਵਿੱਚ ਨਾ ਫਸ ਜਾਈਏ, ਜੰਮਦਿਆਂ ਹੀ ਕਰਮੰਡਲ ਚੁੱਕ ਕੇ ਬਨਵਾਸ ਕਰਨ ਚਲੇ ਜਾਂਦੇ ਹਨ। ਅਤੇ ਕਈ ਐਂ ਸੋਚਦੇ ਹੈ ਕਿਤੇ ਮੋਹ ਮਾਇਆ ਨਾ ਜਕੜ ਲਏ, ਬਚਪਨ ਵਿੱਚ ਹੀ ਜੰਮਦਿਆਂ ਮਤਲਬ ਬਚਪਨ ਵਿੱਚ ਹੀ ਹੱਥ ਵਿੱਚ ਡੋਲੂ ਫੜਿਆ ਅਤੇ ਜੰਗਲਾਂ ਵਿੱਚ ਚਲੇ ਗਏ ਪਰਮਾਤਮਾ ਦੀ ਭਗਤੀ ਕਰਨ, ਕਿਉਂਕਿ ਉਹ ਡਰਦੇ ਹੁੰਦੇ ਆ ਘਰੇਲੂ ਜੀਵਨ ਤੋਂ। ਅੰਤ ਇਹੋ ਜਿਹਿਆਂ ਨੂੰ ਵੀ ਠੀਕ ਰਸਤਾ ਲੱਭਦਾ ਸੀ ਤਾਂ ਗ੍ਰਸਤੀ ਰਾਜੇ ਜਨਕ ਵਰਗਿਆਂ ਕੋਲ। ਅਤੇ ਇਹਦੇ ਵਿੱਚ ਲੇਖਕ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਇਹ ਜਿਹੇ ਰਿਸ਼ੀ ਮੁਨੀ ਹੋਏ, ਜਿਹੜੇ ਕਿਸੇ ਮੁਸੀਬਤ ਪੈਣ 'ਤੇ ਡਿੱਗ ਪੈਂਦੇ ਸੀ, ਤਾਂ ਉਹਨੂੰ ਠੀਕ ਰਸਤਾ ਕੌਣ ਦਿਖਾਉਂਦਾ ਸੀ? ਰਾਜੇ ਜਨਕ ਵਰਗੇ, ਜਿਹੜੇ ਗ੍ਰਸਤੀ ਹੁੰਦੇ ਹੋਏ ਵੀ ਮਹਾਨ ਹੋਏ। ਇੰਨੇ ਮਤਲਬ ਮਹਾਨ ਹੋਏ ਕਿ ਰਿਸ਼ੀ ਮੁਨੀ ਵੀ ਆ ਕੇ ਉਹਨਾਂ ਤੋਂ ਸਿੱਖਿਆ ਲੈਂਦੇ ਸਨ, ਇਹ ਜਿਹਿਆਂ ਨੂੰ ਰਾਜੇ ਜਨਕ ਵਰਗੇ ਰਸਤਾ ਦਿਖਾਉਂਦੇ ਸਨ। ਇਸੇ ਲਈ ਸਿੱਖ ਗੁਰੂਆਂ ਨੇ ਘਰੋਗੀ ਜੀਵਨ ਉੱਤੇ ਜ਼ੋਰ ਦਿੱਤਾ ਹੈ। ਇਸੇ ਕਰਕੇ ਹੀ ਜਿਹੜੇ ਸਿੱਖ ਗੁਰੂ ਸਾਹਿਬਾਨ ਹੋਏ ਹੈ, ਉਹਨਾਂ ਨੇ ਘਰੇਲੂ ਜੀਵਨ ਉੱਤੇ ਜ਼ੋਰ ਦਿੱਤਾ ਹੈ, ਕਿਉਂਕਿ ਸਦਾਚਾਰ ਬਣਦਾ ਹੀ ਜੀਵਨ ਤੋਂ ਹੈ। ਕਿਉਂਕਿ ਜਿਹੜੇ ਚੰਗੇ ਆਚਰਣ ਵਾਲੇ ਗੁਣ ਉਹ ਆਉਂਦੇ ਹੀ ਘਰੇਲੂ ਜੀਵਨ ਤੋਂ ਹਨ। ਜਿਸਨੇ ਕਿਸੇ ਵਿਹਾਰ ਵਿੱਚ ਪੈ ਕੇ ਨਿਤ ਬਦ ਦਿਆਨਤੀ ਬੇਈਮਾਨੀ ਦਾ ਟਾਕਰਾ ਨਹੀਂ ਕੀਤਾ, ਉਸਨੇ ਦਿਆਨਤਦਾਰੀ ਇਮਾਨਦਾਰੀ ਦੇ ਗੁਣ ਨੂੰ ਕਿਵੇਂ ਸਿੱਖਣਾ ਹੋਇਆ। ਭਾਵ ਜਿਹੜਾ ਬੰਦਾ ਜਿਹੜੇ ਕੰਮ 'ਚ ਪਿਆ ਹੀ ਨਹੀਂ, ਚੰਗੇ ਮਾੜੇ ਦਾ ਜੇ ਉਹਨੂੰ ਪਤਾ ਹੀ ਨਹੀਂ, ਤਾਂ ਉਹਨੂੰ ਚੰਗੇ ਮਾੜੇ ਦੀ ਪਹਿਚਾਣ ਕਿਵੇਂ ਹੋਏਗੀ? ਜੇ ਉਹਨੇ ਕਦੇ ਮਾੜੀ ਚੀਜ਼ ਦਾ ਸਾਹਮਣਾ ਨਹੀਂ ਕੀਤਾ, ਭਾਵ ਉਹਨੇ ਬਦਦਿਆਨਤੀ ਬੇਈਮਾਨੀ ਦਾ ਸਾਹਮਣਾ ਨਹੀਂ ਕੀਤਾ, ਟਾਕਰਾ ਸਾਹਮਣਾ, ਤਾਂ ਉਸ 'ਚ ਇਮਾਨਦਾਰੀ ਦੇ ਗੁਣ ਕਿਵੇਂ ਆ ਸਕਦੇ ਹੈ? ਗੁਣ ਨੂੰ ਕਿਵੇਂ ਸਿਖਾਉਣਾ ਹੋਇਆ? ਨਾ ਤਾਂ ਉਹਦੇ 'ਚ ਆਪਣੇ ਆਪ 'ਚ ਗੁਣ ਆ ਸਕਦੇ ਹੈ, ਨਾ ਹੀ ਉਹ ਕਿਸੇ ਨੂੰ ਸਿਖਾ ਸਕਦਾ ਹੈ। ਇਸੇ ਤਰ੍ਹਾਂ ਜਿਸਨੇ ਪਿਤਾ, ਮਾਤਾ, ਭਰਾ, ਭੈਣ, ਪੁੱਤਰ, ਧੀ ਬਣ ਕੇ ਇਹਨਾਂ ਔਕੜਾਂ ਦਾ ਮੁਕਾਬਲਾ ਨਹੀਂ ਕੀਤਾ, ਔਕੜਾਂ ਮੁਸੀਬਤਾਂ ਦਾ ਮੁਕਾਬਲਾ ਨਹੀਂ ਕੀਤਾ, ਉਸਨੂੰ ਇਹਨਾਂ ਸੰਬੰਧਾਂ ਵਿੱਚੋਂ ਪੈਦਾ ਹੋਏ ਗੁਣ ਪਿਤਾ ਪੁਣਾ ਆਦਿ ਕਿਵੇਂ ਆ ਸਕਦੇ ਹਨ? ਭਾਵ ਜਿਹਨੇ ਕਦੇ ਐਜ਼ ਏ ਫਾਦਰ, ਮਦਰ ਜਾਂ ਬ੍ਰਦਰ ਸਿਸਟਰ ਬਣ ਕੇ ਕਿਸੇ ਮੁਸੀਬਤ ਦਾ ਸਾਹਮਣਾ ਹੀ ਨਹੀਂ ਕੀਤਾ, ਤਾਂ ਉਹਦੇ ਵਿੱਚੋਂ ਗੁਣ ਆਉਣਗੇ ਕਿਵੇਂ? ਕਦੇ ਉਹਨੇ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਈ ਨਹੀਂ, ਤਾਂ ਉਹਦੇ ਵਿੱਚੋਂ ਗੁਣ ਵੀ ਨਹੀਂ ਆ ਸਕਦੇ। ਪਿਆਰ, ਹਮਦਰਦੀ, ਕੁਰਬਾਨੀ, ਸੇਵਾ ਆਦਿ ਗੁਣ ਕਦੇ ਵੀ ਸਿੱਖੇ ਨਹੀਂ ਜਾ ਸਕਦੇ। ਜਿਹੜੇ ਇਹ ਗੁਣ ਹੈ ਨਾ ਬੇਟਾ, ਇਹ ਸਿੱਖੇ ਨਹੀਂ ਜਾਂਦੇ। ਪਿਆਰ ਹੈ ਕਿਸੇ ਨਾਲ,
ਹਮਦਰਦੀ ਕਰਨੀ ਹੈ ਜਾਂ ਕਿਸੇ ਲਈ ਆਪਣੀ ਕੁਰਬਾਨੀ ਦੇਣੀ ਹੈ, ਸੇਵਾ ਕਰਨੀ ਹੈ, ਇਹ ਸਿੱਖੇ ਨਹੀਂ ਜਾਂਦੇ। ਇਹ ਗੁਣ ਜਦ ਤੱਕ ਕਿ ਮਨੁੱਖ ਘਰ ਦੇ ਸੰਬੰਧੀਆਂ ਨਾਲ ਪਿਆਰ, ਉਹਨਾਂ ਦੀ ਸੰਭਾਲ ਲਈ ਉਦਮ ਤੇ ਲਿਆਕਤ ਨਾ ਪੈਦਾ ਕਰੇ। ਉਦਮ ਕੋਸ਼ਿਸ਼ ਤੇ ਲਿਆਕਤ ਸੋਚ। ਬੇਟਾ ਇਹ ਜਿਹੜੇ ਗੁਣ ਹੈ ਇਹ ਸਿੱਖੇ ਨਹੀਂ ਜਾਂਦੇ, ਇਹ ਆਪਣੇ ਆਪ ਆ ਜਾਂਦੇ ਹੈ। ਜੇ ਆਪਾਂ ਨੂੰ ਘਰ ਦੇ ਮੈਂਬਰ ਨਾਲ ਪਿਆਰ ਹੈ, ਆਪਾਂ ਉਹਨਾਂ ਦੀ ਪਰਵਾਹ ਕਰਦੇ ਹਾਂ, ਉਹਨਾਂ ਦੀ ਸੰਭਾਲ ਕਰਨਾ ਚਾਹੁੰਦੇ ਹਾਂ, ਵੱਡਿਆਂ ਦੀ ਸੇਵਾ ਕਰਨਾ ਚਾਹੁੰਦੇ ਹਾਂ, ਜੇ ਆਪਾਂ ਨੂੰ ਉਹਨਾਂ ਨਾਲ ਪਿਆਰ ਹੈ ਤਾਂ ਹੀ ਆਪਾਂ ਸੇਵਾ ਕਰ ਸਕਦੇ ਹਾਂ, ਤਾਂ ਹੀ ਉਹਨਾਂ ਨਾਲ ਆਪਾਂ ਮੋਹ ਕਰ ਸਕਦੇ ਹਾਂ। ਇਹ ਗੁਣ ਕਦੇ ਸਿੱਖੇ ਨਹੀਂ ਜਾਂਦੇ, ਇਹ ਆਪਣੇ ਆਪ ਉਸ ਮਾਹੌਲ ਵਿੱਚ ਪੈਦਾ ਹੁੰਦੇ ਹੈ। ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਪਿਆਰ ਪੈਦਾ ਹੁੰਦਾ ਹੈ। ਜਿਹੜਾ ਮਨੁੱਖ ਘਰ ਨੂੰ ਪਿਆਰ ਕਰਦਾ ਹੈ ਉਹੀ ਆਪਣੇ ਸਮਾਜ ਨੂੰ, ਆਪਣੇ ਦੇਸ਼ ਨੂੰ ਪਿਆਰ ਕਰ ਸਕਦਾ ਹੈ। ਕੇਵਲ ਉਹੀ ਲੋਕ ਆਪਣੇ ਮੁਲਕ ਦੇਸ਼ ਉੱਤੇ ਹੋਏ ਹਮਲੇ ਜਾਂ ਅਤਿਆਚਾਰ ਹੁੰਦੇ ਨਹੀਂ ਸਹਾਰ ਸਕਦੇ, ਜਿਨ੍ਹਾਂ ਦੇ ਘਰਾਂ ਨੂੰ, ਟੱਬਰਾਂ ਨੂੰ, ਵਹੁਟੀ ਤੇ ਬੱਚਿਆਂ ਨੂੰ ਨੁਕਸਾਨ ਹੋਣ ਦਾ ਖਤਰਾ ਹੁੰਦਾ ਹੈ। ਟੱਬਰ, ਫੈਮਿਲੀ। ਉਹੀ ਲੋਕ ਜਿਹੜੇ ਆਪਣੇ ਦੇਸ਼ ਉੱਤੇ ਹੋਏ ਹਮਲੇ ਜਾਂ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਜਿਨ੍ਹਾਂ ਨੂੰ ਇਹ ਡਰ ਹੁੰਦਾ ਹੈ ਕਿ ਸਾਡੇ ਘਰ ਨੂੰ, ਸਾਡੀ ਫੈਮਿਲੀ ਨੂੰ, ਪਤਨੀ ਨੂੰ, ਬੱਚਿਆਂ ਨੂੰ ਕੋਈ ਨੁਕਸਾਨ ਨਾ ਹੋਵੇ, ਉਹੀ ਨਹੀਂ ਸਹਿਣ ਕਰ ਸਕਦੇ। ਜਿਨ੍ਹਾਂ ਨੂੰ ਕੋਈ ਪਰਵਾਹ ਨਹੀਂ, ਘਰ ਦੀ ਪਰਵਾਹ ਨਹੀਂ, ਉਹਨਾਂ ਨੂੰ ਦੇਸ਼ ਜਾਂ ਸਮਾਜ ਦੀ ਕੀ ਪਰਵਾਹ ਹੋਏਗੀ। ਮੈਨੂੰ ਹਿੰਦੁਸਤਾਨ ਉਤਨਾ ਹੀ ਪਿਆਰਾ ਹੈ ਜਿਤਨਾ ਕਿ ਮੇਰੇ ਆਪਣੇ ਅਡਿਆਲੇ ਪਿੰਡ ਦਾ ਕੱਚਾ ਕੋਠਾ। ਮੈਨੂੰ ਆਪਣਾ ਭਾਰਤ ਓਨਾ ਹੀ ਪਿਆਰਾ ਹੈ ਜਿੰਨਾ ਮੇਰੇ ਪਿੰਡ ਅਡਿਆਲੇ ਦਾ ਕੱਚਾ ਜਿਹੜਾ ਕੋਠਾ ਬਣਿਆ ਹੋਇਆ ਮੇਰੇ ਘਰ ਦਾ, ਮੈਂ ਉਹਨੂੰ ਵੀ ਓਨਾ ਪਿਆਰ ਕਰਦਾ ਜਿੰਨਾ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ। ਅਤੇ ਉਸ ਵਿੱਚ ਵੱਸਦੇ ਬੰਦੇ ਪਿਆਰੇ ਹਨ, ਉਹਦੇ ਵਿੱਚ ਵੱਸਦੇ ਹੋਏ ਜਿਹੜੇ ਮੈਂਬਰਸ ਹੈ, ਫੈਮਿਲੀ ਮੈਂਬਰਸ ਹੈ, ਮੈਂ ਉਹਨਾਂ ਨੂੰ ਵੀ ਬਹੁਤ ਪਿਆਰ ਕਰਦਾ ਹਾਂ। ਮੈਨੂੰ ਯਾਦ ਹੈ ਜਦ ਮੈਂ ਰਾਵਲਪਿੰਡੀ ਪੜ੍ਹਦਾ ਹੁੰਦਾ ਸੀ ਤਾਂ ਹਰ ਹਫ਼ਤੇ ਐਤਵਾਰ ਕੱਟਣ ਨੂੰ ਆਪਣੇ ਪਿੰਡ ਜਾਂਦਾ ਹੁੰਦਾ ਸੀ। ਜਦੋਂ ਰਾਵਲਪਿੰਡੀ ਪੜ੍ਹਦਾ ਸੀ ਤਾਂ ਸੰਡੇ ਨੂੰ ਆਪਣੇ ਘਰ ਆਉਂਦਾ। ਜਦ ਮੈਂ ਚੀਰਪੜਾ ਤੋਂ ਲੰਘਾ ਕੇ ਤ੍ਰਿਪਿਆਂ ਕੋਲ ਪੁੱਜਦਾ, ਮਤਲਬ ਰਾਸਤੇ ਵਿੱਚ ਆਉਂਦੇ ਪਿੰਡ ਟੱਪ ਕੇ ਪਿੰਡ ਦੇ ਕੋਲ ਪੁੱਜ ਜਾਂਦਾ, ਜਿੱਥੇ ਇੱਕ ਟਿੱਬਾ ਮਿੱਟੀ ਦਾ ਢੇਰ, ਓਲੇ ਪਿੱਛੇ ਮੇਰਾ ਪਿੰਡ ਵਸਦਾ ਦਿਸਦਾ ਤਾਂ ਪਿੰਡ ਦੀ ਪਿਆਰੀ ਝਾਕੀ ਅੱਖਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਮੈਂ ਉਸ ਟਿੱਬੇ ਕੋਲ ਠਹਿਰ ਜਾਂਦਾ। ਭਾਵ ਮੈਨੂੰ ਮਨ 'ਚ ਮੇਰੇ ਉਤਸੁਕਤਾ ਹੁੰਦੀ ਸੀ ਕਿ ਮੈਂ ਜਦੋਂ ਇਹ ਟਿੱਬਾ ਟੱਪੂੰਗਾ ਮੇਰਾ ਪਿੰਡ ਆ ਜਾਊਗਾ, ਤਾਂ ਮਤਲਬ ਪਿੰਡ ਦਾ ਜਿਹੜਾ ਮੇਰਾ ਦ੍ਰਿਸ਼ ਸੀ, ਉਹ ਪਿਆਰਾ ਦ੍ਰਿਸ਼ ਮੇਰੇ ਅੱਖਾਂ ਸਾਹਮਣੇ ਆ ਜਾਂਦਾ ਅਤੇ ਮੈਂ ਉੱਥੇ ਰੁਕ ਜਾਂਦਾ 1 ਮਿੰਟ ਲਈ ਅਤੇ ਦਿਲ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਪਿੰਡ ਝਾਕਣ ਦਾ ਹਿੰਮਤ ਕਰਦਾ, ਦਿਲ ਕਰਦਾ, ਹੌਸਲਾ ਕਰਦਾ। ਮੁੜਦੀ ਵੇਰ ਵੀ, ਵਾਪਸੀ 'ਤੇ ਵੀ ਐਂ ਹੁੰਦਾ ਸੀ। ਪਿੰਡ ਨੂੰ ਅੱਖਾਂ ਓਹਲੇ ਦੂਰ ਹੋਣ ਤੋਂ ਪਹਿਲਾਂ ਮੁੜ ਦੇਖਦਾ ਸੀ। ਮਤਲਬ ਜਦੋਂ ਤੱਕ ਮੈਨੂੰ ਪਿੰਡ, ਮੈਂ ਪਿੱਛੇ ਮੁੜ ਕੇ ਦੇਖਦੇ ਰਹਿੰਦਾ ਸੀ ਜਦੋਂ ਤੱਕ ਮੈਨੂੰ ਪਿੰਡ ਦਿਖਣੋਂ ਹਟ ਨਹੀਂ ਜਾਂਦਾ ਸੀ। ਕਈ ਵਾਰ ਉਸਦੇ ਓਹਲੇ ਹੋ ਜਾਣ ਦੇ ਮਗਰੋਂ ਕੁਛ ਕਦਮ ਪਿੱਛੇ ਪਰਤ ਕੇ ਮੁੜ ਕੇ ਮੈਂ ਪਿੰਡ ਨੂੰ ਦੇਖਣ ਜਾਂਦਾ ਅਤੇ ਮੈਂ ਵਾਪਸ ਕਦਮ ਪੱਟਦਾ ਔਰ ਪਿੰਡ ਨੂੰ ਦੇਖਣ ਜਾਂਦਾ। ਪਿੰਡ ਕਿੱਡਾ ਪਿਆਰਾ ਸੀ, ਉਸ ਵਿੱਚ ਵੱਸਦੇ ਮੇਰੇ ਸੰਬੰਧੀ ਹੋਰ ਵੀ ਪਿਆਰੇ ਸੀ। ਮੈਨੂੰ ਆਪਣਾ ਪਿੰਡ ਬਹੁਤ ਪਿਆਰਾ ਲੱਗਦਾ ਸੀ ਅਤੇ ਉਹਦੇ ਵਿੱਚ ਵੱਸਦੇ ਹੋਏ ਲੋਕ ਮੈਨੂੰ ਉਦੋਂ ਵੀ ਜ਼ਿਆਦਾ ਪਿਆਰੇ ਲੱਗਦੇ ਸਨ। ਬਟ ਇਸ ਪਾਠ ਵਿੱਚ ਲੇਖਕ ਨੇ ਘਰ ਦੇ ਪਿਆਰ ਬਾਰੇ ਦੱਸਿਆ ਹੈ ਕਿ ਘਰ ਦਾ ਪਿਆਰ ਜਿਹੜਾ ਹੈ ਉਹ ਮਨੁੱਖ ਦੇ ਜੀਵਨ ਵਿੱਚ ਬਹੁਤ ਰੋਲ ਅਦਾ ਕਰਦਾ ਹੈ। ਜਿਹੜੇ ਘਰ ਜਿਹੜੇ ਇੱਟਾਂ ਵੱਟਿਆਂ ਦੇ ਕੋਠੇ ਨੂੰ ਨਹੀਂ ਕਿਹਾ ਜਾਂਦਾ। ਘਰ ਉਹ ਹੁੰਦਾ ਹੈ ਜਿੱਥੇ ਮਨੁੱਖ ਨੂੰ ਸਭ ਕੁਛ ਮਿਲਦਾ ਹੈ, ਪਿਆਰ ਮਿਲਦਾ ਹੈ, ਰਹਿਣ ਦਾ ਜੀਅ ਕਰਦਾ ਹੈ, ਸਾਰੇ ਸਦਾਚਾਰਕ ਗੁਣ ਮਿਲਦੇ ਹੈ। ਤਾਂ ਘਰ ਦੇ ਪਿਆਰ ਦਾ ਮਨੁੱਖ ਦੇ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਹੈ। ਬੇਟਾ ਇਹ ਪਾਠ ਧਿਆਨ ਨਾਲ ਪੜ੍ਹ ਲੈਣਾ ਅਤੇ ਇਹਦੇ ਸ਼ਾਰਟ ਕੁਐਸਚਨ ਕਰ ਲੈਣਾ। ਨਾਲ ਹੀ ਮੈਂ ਜਿਹੜੇ ਕੁਐਸਚਨ ਭੇਜ ਰਹੀ ਹਾਂ ਉਹਦੀ ਵੱਡੇ ਕੁਐਸਚਨ ਹਨ, ਉਹਨੂੰ ਫੇਅਰ ਨੋਟਬੁੱਕ 'ਤੇ ਲਿਖ ਲੈਣਾ। ਥੈਂਕ ਯੂ ਬੇਟਾ।